ਕਿਹੜਾ ਪਿੰਡ ਹੈ ਤੁਹਾਡਾ? ਨਵਾਂ ਪਿੰਡ ਮਹਿਤਾ ਰੋਡ। ਮਹਿਤਾ ਰੋਡ ਅੰਮ੍ਰਿਤਸਰ ਖਾਸ 'ਚ। ਅੱਛਾ ਬੇਟਾ, ਮੈਂ ਡਿਊਟੀ ਹੁਣ ਲਾਉਣਾ ਕਿਸੇ ਦੀ, ਉਸ ਔਰਤ ਤੋਂ ਤੁਹਾਡੇ ਕੋਲ ਪਹੁੰਚਣਗੇ ਪੁੱਛਣ ਨੂੰ ਕਿ ਕੀ ਹੋਇਆ। ਵਿਦਿਨ 5 ਮਿੰਟ ਤੁਹਾਨੂੰ ਆਈਜੀ ਅੰਮ੍ਰਿਤਸਰ ਨੇ ਡਾਕਟਰ ਮਿਸਟਰ ਪਰਮਾਰ ਉਹ ਤੁਹਾਨੂੰ ਰਿੰਗ ਕਰਨਗੇ, ਉਹ ਆਣਗੇ ਤੁਹਾਨੂੰ ਮਿਲਣਗੇ ਔਰ ਇਸ ਸਬ ਇੰਸਪੈਕਟਰ ਨੂੰ ਅਸੀਂ ਸਸਪੈਂਡ ਕਰਦੇ ਹਾਂ। ਕੀ ਨਾਮ ਹੈ ਇਹਦਾ? ਸੰਦੀਪ ਕੌਰ। ਕਿ ਉਹ ਜਿਹੜਾ ਸੁਸਾਈਡ ਨੋਟ ਸੀਗਾ ਉਹ ਪੁਲਿਸ ਨੇ ਆਪ ਬਰਾਮਦ ਕੀਤਾ ਸੀ, ਪਰਿਵਾਰ ਨੂੰ ਦੇ ਨਹੀਂ ਸੀ ਰਹੀ, ਤੇ ਤੁਸੀਂ ਮੀਡੀਆ ਵਾਲਿਆਂ ਨੇ ਰੌਲਾ ਪਾ ਕੇ ਪਰਿਵਾਰ ਨੂੰ ਨੋਟ ਵਿਖਾਇਆ ਸੀ। ਜਿਹੜੇ ਬੰਦੇ ਸਾਡੇ ਰਖਵਾਲੇ ਨੇ, ਜਿਨ੍ਹਾਂ ਸਾਡੀਆਂ ਧੀਆਂ ਭੈਣਾਂ ਦੀ ਸੁਰੱਖਿਆ ਕਰਨੀ ਹੈ, ਜਿਨ੍ਹਾਂ ਸਾਡੇ ਜਾਨ ਮਾਲ ਦੀ ਸੁਰੱਖਿਆ ਕਰਨੀ ਹੈ, ਜਦੋਂ ਉਹ ਇਹੋ ਜਿਹੇ ਘਿਨਾਉਣੇ ਅਪਰਾਧ ਕਰਦੇ ਨੇ, ਇਹਦਾ ਮਤਲਬ ਕੀ ਹੈ ਕਿ ਭਗਵਾਨ ਖੁਦ ਪਾਪ ਕਰ ਰਿਹਾ। ਜਿਹੜੇ ਬੰਦਿਆਂ ਨੂੰ ਪੁਲਿਸ ਕੋਲੋਂ ਡਰਨਾ ਚਾਹੀਦਾ ਉਹ ਬੰਦੇ ਪੁਲਿਸ ਕੋਲੋਂ ਡਰਦੇ ਨਹੀਂ, ਔਰ ਜਿਹੜੇ ਬੰਦਿਆਂ ਨੂੰ ਨਹੀਂ ਡਰਨਾ ਚਾਹੀਦਾ, ਜਿਨ੍ਹਾਂ ਨੂੰ ਪੁਲਿਸ ਦੇ ਉੱਤੇ ਮਾਣ ਹੋਣਾ ਚਾਹੀਦਾ, ਉਹ ਮੂੰਹ ਲੁਕਾ ਕੇ ਵਿਚਾਰੇ ਨਿਕਲਦੇ ਨੇ। ਜਿਸ ਤਰ੍ਹਾਂ ਬੱਚੀ ਦੀ ਮਨਸ਼ਾ, ਇਹਦੇ ਮਾਂ-ਬਾਪ ਚਲੇ ਗਏ ਨੇ, ਉਹਨਾਂ ਦੀ ਡੈਥ ਹੋ ਗਈ ਹੈ, ਇਹਦਾ ਤੇ ਮਨ ਕਰੂਗਾ ਕਿ ਕੁੜੀ ਦੇ ਟੋਟੇ ਕਰ ਦਿਓ, ਪਰ ਉਹ ਕਰ ਨਹੀਂ ਸਕਦੀ, ਪੁਲਿਸ ਕਾਨੂੰਨ ਨਹੀਂ ਹੈਗਾ। ਅੰਮ੍ਰਿਤਸਰ ਵਿੱਚ ਦੋਹਰਾ ਸੁਸਾਈਡ ਦਾ ਮਾਮਲਾ ਜਿਹੜਾ ਸੀਗਾ ਸਾਹਮਣੇ ਆਇਆ ਸੀਗਾ, ਜਿਸ ਵਿੱਚ ਇੱਕ ਸਬ ਇੰਸਪੈਕਟਰ ਦਾ ਨਾਮ ਜਿਹੜਾ ਸੀਗਾ ਬੜਾ ਪ੍ਰਮੁੱਖਤਾ ਦੇ ਵਿੱਚ ਅਤੇ ਲਿੱਤਾ ਗਿਆ ਸੀ ਔਰ ਸੁਸਾਈਡ ਨੋਟ ਵਿੱਚ ਵੀ ਉਹ ਬਰਾਮਦ ਕੀਤਾ ਗਿਆ ਸੀਗਾ। ਉਸ ਮਾਪਤ ਕੱਲ੍ਹ ਵੀ ਜਿਹੜਾ ਸੀਗਾ ਮਨਦੀਪ ਸਿੰਘ ਮੰਨਾ ਜੋ ਸੀਗੇ ਉਹ ਆਈਜੀ ਬਾਰਡਰ ਰੇਂਜ ਨੂੰ ਮਿਲੇ ਸੀਗੇ ਔਰ ਅੱਜ ਵੀ ਕਮਿਸ਼ਨਰ ਆਫ ਪੁਲਿਸ ਨੂੰ ਮਿਲਣ ਵਾਸਤੇ ਪਹੁੰਚੇ ਨੇ। ਮੰਨਾ ਜੀ, ਲਗਾਤਾਰ ਹੀ ਤੁਹਾਡੇ ਵੱਲੋਂ ਮੁਲਾਕਾਤ ਕੀਤੀ ਜਾ ਰਹੀ, ਲੇਕਿਨ ਹਜੇ ਤੱਕ ਅਰੈਸਟ ਨਹੀਂ ਹੋ ਪਾ ਰਹੀ, ਕੀ ਕਾਰਨ ਸਮਝਦੇ ਇਸ ਵਿੱਚ? ਬੜਾ ਮੰਦਭਾਗੀ ਗੱਲ ਹੈ ਜੀ। ਪਹਿਲਾਂ ਤਾਂ ਮੈਂ ਘਟਨਾ ਦੇ ਉੱਤੇ ਬੜਾ ਦੁੱਖ ਜਿਹੜਾ ਆਪਣਾ ਵਿਅਕਤ ਕਰਦਾ ਵਾਂ। ਅਰੈਸਟ ਨਹੀਂ ਹੋ ਪਾ ਰਹੀ। ਅੱਜ ਮੈਂ ਕਮਿਸ਼ਨਰ ਸਾਹਿਬ ਨੂੰ, ਕੱਲ੍ਹ ਆਈਜੀ ਸਾਹਿਬ ਨੂੰ ਮਿਲੇ ਸੀਗੇ, ਕੈਪਟਨ ਸਾਹਿਬ ਨਾਲ ਵੀ ਇਸ ਮਸਲੇ ਤੇ ਗੱਲ ਹੋਈ ਸੀਗੀ। ਮੁੱਖ ਮੰਤਰੀ ਨੇ ਸਾਡੇ ਸੂਬੇ ਦੇ, ਉਹਨਾਂ ਦਾ ਫਰਜ਼ ਹੈ ਸਾਡੇ ਸਾਰਿਆਂ ਨਾਲ ਗੱਲ ਕਰਨਾ ਜਿੱਥੇ ਕੋਈ ਦੁੱਖ ਤਕਲੀਫ 'ਚ ਹੈ। ਮੈਂ ਸਮਝਦਾ ਕਿ ਜਿੱਥੇ ਪੁਲਿਸ ਜਿਹੜੀ ਥਿਊਰੀ ਤੋਂ ਕੰਮ ਕਰਦੀ ਹੈ, ਜਿੱਥੇ ਜਾ ਕੇ ਉਹਨੇ ਗੈਂਗਸਟਰ ਜਾਂ ਚੋਰਾਂ ਚੱਕਿਆਂ ਭਗੌੜਿਆਂ ਨੂੰ ਫੜਨਾ ਹੁੰਦਾ, ਪੁਲਿਸ ਨੂੰ ਉਹਦੀ ਜ਼ਿਆਦਾ ਨੌਲੇਜ ਹੁੰਦੀ ਹੈ। ਹੋ ਸਕਦਾ ਉਹ ਜਿਹੜੀ ਇੰਸਪੈਕਟਰ ਹੈ ਉਹਨੂੰ ਉਹ ਜ਼ਿਆਦਾ ਨੌਲੇਜ ਹੋਊਗੀ ਪੁਲਿਸ ਕਿਹੜੀ ਥਿਊਰੀ ਦੇ ਉੱਤੇ ਕੰਮ ਕਰ ਰਹੀ ਹੈ, ਉਹ ਆਪਣਾ ਬਚਾਅ ਉਸ ਤੋਂ ਵੱਧ ਕਰ ਰਹੀ ਹੋਊਗੀ। ਪਰ ਅੱਜ ਸਾਨੂੰ ਸ਼ੋਰ ਕੀਤਾ ਗਿਆ ਹੈ ਕਿ ਉਹਨੂੰ ਜਲਦੀ ਤੋਂ ਜਲਦੀ ਫੜ ਲਿਆ ਜਾਊਗਾ। ਸਾਡੇ ਮਨ ਦੇ ਵਿੱਚ ਜਿਹੜੇ ਖਦਸ਼ੇ ਸੀਗੇ, ਜਿਹੜੇ ਸ਼ੰਕੇ ਸੀਗੇ, ਉਹ ਅੱਜ ਦੂਰ ਕਰਨ ਲਈ ਅਸੀਂ ਇੱਥੇ ਆਏ ਹਾਂ। ਇਹਦੇ ਵਿੱਚ ਇੱਕ ਤਾਂ ਇਹ ਸੀਗਾ ਕਿ ਜਦੋਂ FIR ਦਰਜ ਕੀਤੀ ਗਈ, ਉਹ ਬੰਦਾ ਬਾਏ ਨੇਮ ਲੋਕਾਂ ਦੇ ਨਾਮ ਲਿਖ ਕੇ ਗਿਆ ਵੀ ਆਹ ਬੰਦਾ ਮੇਰੇ ਕੋਲ ਪੈਸੇ ਲੈ ਕੇ ਜਾਂਦਾ ਰਿਹਾ, ਆਹ ਸਾਰਾ ਕੁਝ ਮੇਰੇ ਕੋਲ ਕਰਦਾ ਰਿਹਾ। ਫਿਰ ਤੁਸੀਂ ਉਹ ਇੱਕ ਇੰਸਪੈਕਟਰ ਦੇ ਉੱਤੇ ਪਰਚਾ ਦਰਜ ਕਰਕੇ ਬਾਕੀ ਅਣਪਛਾਤੇ ਕੋ ਲਿਖੇ। ਉਹ ਕਮਿਸ਼ਨਰ ਸਾਹਿਬ ਨੇ ਅੱਜ ਦੱਸਿਆ ਕਿ ਉਹ 2 ਬੰਦੇ ਹੋਰ ਉਹਦੇ ਵਿੱਚ ਨੋਮੀਨੇਟ ਕਰ ਦਿੱਤੇ ਗਏ ਨੇ। ਉੱਥੇ ਧੰਨਵਾਦ ਹੈ ਉਹਨਾਂ ਦਾ, ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਦੂਜਾ ਸਾਡੇ ਮਨ ਦੇ ਵਿੱਚ ਖਦਸ਼ਾ ਇਹ ਸੀਗਾ ਕਿ ਉਹ ਜਿਹੜਾ ਸੁਸਾਈਡ ਨੋਟ ਸੀਗਾ ਉਹ ਪੁਲਿਸ ਨੇ ਆਪ ਬਰਾਮਦ ਕੀਤਾ ਸੀ, ਪਰਿਵਾਰ ਨੂੰ ਦੇ ਨਹੀਂ ਸੀ ਰਹੀ, ਤੇ ਤੁਸੀਂ ਮੀਡੀਆ ਵਾਲਿਆਂ ਨੇ ਰੌਲਾ ਪਾ ਕੇ ਪਰਿਵਾਰ ਨੂੰ ਨੋਟ ਵਿਖਾਇਆ ਸੀ। ਮੇਰੇ ਘਰ ਦਾ ਕੋਈ ਜੀ ਸੁਸਾਈਡ ਕਰ ਜਾਵੇ ਨੋਟ ਲਿਖ ਕੇ, ਤੇ ਕੀ ਗੱਲ, ਮੈਨੂੰ ਜਾਣਨ ਦਾ ਹੱਕ ਵੀ ਨਹੀਂ ਹੈਗਾ ਉਹ ਕੀ ਲਿਖ ਕੇ ਗਿਆ। ਉਹ ਤੁਹਾਡੀ ਮਿਹਰਬਾਨੀ ਹੈ ਕਿ ਤੁਸੀਂ ਸਾਰਿਆਂ ਨੇ ਰੌਲਾ ਪਵਾਇਆ ਤੇ ਪਰਿਵਾਰ ਨੂੰ ਸੁਸਾਈਡ ਨੋਟ ਮਿਲਿਆ। ਬਟ ਜਦੋਂ ਉਹਦੀ ਰਿਕਵਰੀ ਪਾਈ ਗਈ ਹੈ, ਉਹ ਰਿਕਵਰੀ ਜਿਹੜੀ ਪੁਲਿਸ ਨੇ ਖੁਦ ਬਰਾਮਦ ਕੀਤਾ ਸੀ ਉਹ ਨਹੀਂ ਪਾਈ, ਤੇ ਉਹਦੇ ਬ੍ਰਦਰ ਵੱਲੋਂ ਪਵਾ ਲਈ ਗਈ ਹੈ। ਉਹਦੇ ਵਿੱਚ ਵੀ ਉਹਨਾਂ ਸਾਡੀ ਸ਼ੰਕਾ ਦੂਰ ਕੀਤੀ। ਉਹਦੇ ਨਾਲ ਮੈਂ ਸੰਤੁਸ਼ਟ ਹਾਂ। ਮੈਂ ਆਪਣੇ ਤੌਰ ਤੇ ਸੰਤੁਸ਼ਟ ਹਾਂ। ਪਰਿਵਾਰ ਦਾ ਤੁਸੀਂ ਵਿਊ ਉਹਨਾਂ ਕੋਲੋਂ ਲੈ ਸਕਦੇ ਹੋ ਕਿ ਜਿਹੜੀ ਐਵੀਡੈਂਸ ਹੈ ਕੋਰਟ ਦੇ ਵਿੱਚ, ਉਹ ਕਿਸੇ ਬਾਹਰਲੇ ਬੰਦੇ ਦੀ ਉਹਨਾਂ ਮਹਿਣਾ ਨਹੀਂ ਰੱਖਦੀ। ਕੱਲ੍ਹ ਨੂੰ ਉਹ ਪ੍ਰੈਸ਼ਰ ਹੇਠ ਵੀ ਆ ਸਕਦਾ। ਸਾਡਾ ਦੇਸ਼ ਪੋਲੀਟੀਕਲ ਸਿਸਟਮ ਦੇ ਅੰਡਰ ਚੱਲਦਾ, ਸਾਡਾ ਸੂਬਾ ਪੋਲੀਟੀਕਲ ਸਿਸਟਮ ਦੀ ਮਾਰ ਹੇਠ ਚੱਲਦਾ ਕਿ ਕੱਲ੍ਹ ਨੂੰ ਕਿਤੇ ਉਸ ਪੁਲਿਸ ਅਫਸਰ ਨੂੰ ਦਬਾਅ ਵੀ ਬਣਾਇਆ ਜਾ ਸਕਦਾ। ਪਰਿਵਾਰਕ ਮੈਂਬਰ ਉਹਦਾ ਬ੍ਰਦਰ ਹੈ, ਮੁੱਕਰੇਗਾ ਨਹੀਂ, ਤਾਂ ਕਰਕੇ ਇਹਨੂੰ ਬਣਾਇਆ ਗਿਆ। ਇਸ ਤਰੀਕੇ ਦੇ ਸਾਡੇ ਮਨ 'ਚ ਬੜੇ ਖਦਸ਼ੇ ਸੀਗੇ ਜਿਹੜੇ ਦੂਰ ਕੀਤੇ ਗਏ ਨੇ, ਔਰ ਰਿਕੁਐਸਟ ਕੀਤੀ ਹੈ ਮੈਂ ਇਹਨਾਂ ਨੂੰ ਕਿ ਉਹਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ। ਜਿਹੜੇ ਦੋਸ਼ੀ ਨੇ ਉਹ ਫੜੇ ਜਾਣ। ਦੁੱਖ ਇਸ ਗੱਲ ਦਾ ਕਿ ਤੁਸੀਂ, ਮੈਂ ਜਾਂ ਹੋਰ ਕੋਈ ਬੰਦਾ ਕ੍ਰਾਈਮ ਕਰਦਾ ਤੇ ਉਹ ਰੂਟੀਨ ਕ੍ਰਾਈਮ ਹੈ ਇੱਕ। ਜਿਹੜੇ ਬੰਦੇ ਸਾਡੇ ਰਖਵਾਲੇ ਨੇ, ਜਿਨ੍ਹਾਂ ਸਾਡੀਆਂ ਧੀਆਂ ਭੈਣਾਂ ਦੀ ਸੁਰੱਖਿਆ ਕਰਨੀ ਹੈ, ਜਿਨ੍ਹਾਂ ਸਾਡੇ ਜਾਨ ਮਾਲ ਦੀ ਸੁਰੱਖਿਆ ਕਰਨੀ ਹੈ, ਜਦੋਂ ਉਹ ਇਹੋ ਜਿਹੇ ਘਿਨਾਉਣੇ ਅਪਰਾਧ ਕਰਦੇ ਨੇ, ਇਹਦਾ ਮਤਲਬ ਕੀ ਹੈ ਕਿ ਭਗਵਾਨ ਖੁਦ ਪਾਪ ਕਰ ਰਿਹਾ। ਇਹੋ ਜਿਹਾ ਜਿਹੜਾ ਘਿਨਾਉਣਾ ਕੰਮ ਕੀਤਾ ਗਿਆ, ਇਹਨਾਂ ਨੂੰ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਨੇ। ਔਰ ਪੁਲਿਸ ਦੀ ਇੱਕ ਸਕਰੀਨਿੰਗ ਹੋਣ ਦੀ ਬਹੁਤ ਜ਼ਿਆਦਾ ਲੋੜ ਹੈ। ਮੈਂ ਨਹੀਂ ਕਹਿੰਦਾ ਸਾਰੇ ਅਫਸਰ ਮਾੜੇ ਨੇ, ਬੜੇ ਚੰਗੇ ਵੀ ਨੇ, ਲੋਕਾਂ ਨੂੰ ਇਨਸਾਫ ਵੀ ਮਿਲਦਾ। ਲੋਕਾਂ ਦੀਆਂ ਗੱਲਾਂ ਵੀ ਅੱਜ ਬੜੀ ਦੇਰ ਤੱਕ ਉਹਨਾਂ ਗੱਲ ਬਿਠਾ ਕੇ ਸੁਣੀ ਨੇ, ਪਰ ਇਸੇ ਤਰੀਕੇ ਬੜੇ ਮਾੜੇ ਅਫਸਰ ਨੇ ਵਿੱਚ ਕਈ। ਉਹ ਸਿਪਾਹੀ ਰੈਂਕ ਤੋਂ ਲੈ ਕੇ DSP ਤੱਕ ਇੱਕ ਗੈਂਗ ਚਲਾਉਂਦੇ ਨੇ। ਕਿਸ ਤਰੀਕੇ ਲੋਕਾਂ ਨੂੰ ਟਰੈਪ 'ਚ ਲਿਆਉਣਾ ਹੈ, ਕਿਸ ਤਰੀਕੇ ਉਹਨਾਂ ਦਾ ਨੈਕਸਟ ਚੱਲਦਾ। ਆਪੇ ਹੀ ਕਿਤੇ ਕੁੜੀਆਂ ਤਿਆਰ ਕੀਤੀਆਂ ਜਾਂਦੀਆਂ ਨੇ, ਉਹਨਾਂ ਕੋਲ ਕਾਲ ਕਰਾ ਕੇ ਆਪੇ ਹੀ ਟਰੈਪ ਕਰਾ ਕੇ ਆਪੇ ਹੀ ਧਮਕੀਆਂ ਲਵਾਈਆਂ ਜਾਂਦੀਆਂ ਤੇ ਪੈਸੇ ਇੱਥੇ ਜਾਂਦੇ ਨੇ। ਇਸ ਤਰੀਕੇ ਦੀ ਜਿਹੜੀ ਸਕਰੀਨਿੰਗ ਹੈ, ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਹਿੰਦਾ ਤੇ DGP ਪੰਜਾਬ ਨੂੰ ਵੀ ਕਹਿੰਦਾ, ਪੁਲਿਸ ਦੀ ਇੱਕ ਸਕਰੀਨਿੰਗ ਹੋਣ ਦੀ ਲੋੜ ਹੈ। ਲੋਕਾਂ ਦੇ ਮਨ 'ਚ ਦਹਿਸ਼ਤ ਹੈ ਪੁਲਿਸ ਦੇ ਨਾਂ ਦੇ ਉੱਤੇ। ਜਿਹੜੇ ਬੰਦਿਆਂ ਨੂੰ
ਪੁਲਿਸ ਕੋਲੋਂ ਡਰਨਾ ਚਾਹੀਦਾ ਉਹ ਬੰਦੇ ਪੁਲਿਸ ਕੋਲੋਂ ਡਰਦੇ ਨਹੀਂ, ਔਰ ਜਿਹੜੇ ਬੰਦਿਆਂ ਨੂੰ ਨਹੀਂ ਡਰਨਾ ਚਾਹੀਦਾ, ਜਿਨ੍ਹਾਂ ਨੂੰ ਪੁਲਿਸ ਦੇ ਉੱਤੇ ਮਾਣ ਹੋਣਾ ਚਾਹੀਦਾ, ਉਹ ਮੂੰਹ ਲੁਕਾ ਕੇ ਵਿਚਾਰੇ ਨਿਕਲਦੇ ਨੇ। ਇਸ ਤਰੀਕੇ ਦਾ ਜਿਹੜਾ ਅਕਸ ਖਰਾਬ ਹੋਇਆ ਉਹਨੂੰ ਕਿਤੇ ਨਾ ਕਿਤੇ ਠੀਕ ਕਰਨ ਦੀ ਲੋੜ ਹੈ। ਇਹਨਾਂ ਅਫਸਰਾਂ ਕਰਕੇ ਅਕਸ ਖਰਾਬ ਹੈ ਕਿ ਉਹ ਲੜਕੀ ਨੇ ਇਹੋ ਜਿਹਾ ਕ੍ਰਾਈਮ ਕੀਤਾ। ਔਰ ਮੇਰੇ ਧਿਆਨ 'ਚ ਹੋਰ ਇੱਕ ਮਸਲਾ ਆਇਆ ਕਿ ਇਹ ਪਰਿਵਾਰ ਉਹਦਾ ਇਕੱਲਾ ਸ਼ਿਕਾਰ ਨਹੀਂ ਸੀ ਹੈਗਾ, ਇਸ ਤੋਂ ਲਹਿਦਾ ਵੀ ਇੱਕ ਪਰਿਵਾਰ ਕੋਲੋਂ ਇੱਕ ਬੱਚੇ ਕਿਸੇ ਲੜਕੇ ਨਾਲ ਅਫੇਅਰ ਚਲਾ ਕੇ ਉਸ ਤੋਂ ਬਾਅਦ ਡਰਾ ਕੇ ਉਹਦੇ ਕੋਲ 15 ਲੱਖ ਰੁਪਈਆ ਇੱਠਿਆ ਗਿਆ। ਇਹ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ ਦਾ ਵਿਸ਼ਾ ਨੇ, ਇਹਦੀ ਜਾਂਚ ਹੋਣੀ ਚਾਹੀਦੀ ਔਰ ਲੋਕਾਂ ਦੇ ਸਾਹਮਣੇ ਨੰਗੀਆਂ ਹੋਣੀਆਂ ਚਾਹੀਦੀਆਂ। ਮਨਦੀਪ ਜੀ, ਲਗਾਤਾਰ ਹੀ ਆਵਾਜ਼ ਚੁੱਕੀ ਜਾ ਰਹੀ ਹੈ, ਲੇਕਿਨ ਪੁਲਿਸ ਵੱਲੋਂ ਸੇ ਸਸਪੈਂਸ਼ਨ ਕੀਤੀ ਜਾਂਦੀ ਹੈ ਕਿ ਸਾਡੇ ਹੱਥਾਂ 'ਚ ਆ ਵੀ ਨਹੀਂ ਹੈਗਾ ਕਿ ਡਿਸਮਿਸ ਕੀਤਾ ਜਾ ਸਕੇ। ਕਿਆ ਲੱਗਦਾ ਨਹੀਂ ਕਿ ਬੜੀ ਸ਼ਰਮਨਾਕ ਚੀਜ਼ ਹੈ ਕਿ ਡਿਸਮਿਸ ਕਰਕੇ ਉਸ ਤੋਂ ਬਾਅਦ ਉੱਤੇ ਜਿਹੜੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ? ਉਹ ਕੱਲ ਤੁਸੀਂ ਵੀ ਆਈਜੀ ਸਾਹਿਬ ਨਾਲ ਗੱਲ ਕੀਤੀ ਸੀ, ਤੁਸੀਂ ਵੀ ਉੱਥੇ ਸੀਗੇ ਤੇ ਮੈਂ ਵੀ ਉੱਥੇ ਸੀਗਾ। ਉਹਨਾਂ ਨੇ ਦੱਸਿਆ ਕਿ ਜੋ ਕਾਨੂੰਨ ਹੈ ਉਹਦੇ ਅਨੁਸਾਰ ਚੱਲਣਾ। ਹੁਣ ਜਿਸ ਤਰ੍ਹਾਂ ਬੱਚੀ ਦੀ ਮਨਸ਼ਾ, ਇਹਦੇ ਮਾਂ-ਬਾਪ ਚਲੇ ਗਏ ਨੇ, ਉਹਨਾਂ ਦੀ ਡੈਥ ਹੋ ਗਈ ਹੈ, ਇਹਦਾ ਤੇ ਮਨ ਕਰੂਗਾ ਕਿ ਕੁੜੀ ਦੇ ਟੋਟੇ ਕਰ ਦਿਓ, ਪਰ ਉਹ ਕਰ ਨਹੀਂ ਸਕਦੀ, ਪੁਲਿਸ ਕਾਨੂੰਨ ਨਹੀਂ ਹੈਗਾ। ਉਹਨਾਂ ਦੱਸਿਆ ਸੀ ਕਿ ਜਿਹੜੀ ਸਿੱਧੀ ਡਿਸਮਿਸ ਹੈ, ਜਿਹੜਾ ਸਿੱਧਾ ਡਿਸਮਿਸ ਕੀਤਾ ਜਾਂਦਾ ਉਹ ਰੇਪ ਤੇ ਕਰਪਸ਼ਨ 'ਚ ਕੀਤਾ ਜਾਂਦਾ। ਇਹਦੇ ਵਿੱਚ ਉਹਦੀ ਡਿਪਾਰਟਮੈਂਟਲ ਇਨਕੁਆਇਰੀ ਖੋਲ੍ਹ ਦਿੱਤੀ ਗਈ, ਉਹਨੂੰ ਕੰਪਲੀਟ ਕਰਕੇ 2-4 ਦਿਨ ਦੇ ਵਿੱਚ ਉਹਨੂੰ ਡਿਸਮਿਸ ਕਰ ਦਿੱਤਾ ਜਾਊਗਾ। ਔਰ ਇਹਨਾਂ ਵੀ ਦੱਸਿਆ ਕਿ ਜਿਸ ਦਿਨ ਉਹਦੀ ਅਰੈਸਟ ਪੈ ਗਈ, ਉਹਦੇ ਕੋਲੋਂ ਇਨਵੈਸਟੀਗੇਸ਼ਨ ਇੰਟੈਰੋਗੇਸ਼ਨ 'ਚ ਸਾਰਾ ਕੁਝ ਪੁੱਛ ਕੇ ਉਹਨੂੰ ਡਿਸਮਿਸ ਵਾਲਾ ਪ੍ਰੋਸੀਜਰ ਜਿਹੜਾ ਤੋਰਿਆ ਜਾਊਗਾ। ਔਰ ਬੜਾ ਸ਼ੋਰ ਕੀਤਾ ਇਹਨਾਂ ਨੇ ਵੀ, ਕੈਪਟਨ ਅਮਰਿੰਦਰ ਸਿੰਘ ਨੇ ਵੀ, ਕਿ ਉਹਨੂੰ ਬਖਸ਼ਿਆ ਨਹੀਂ ਜਾਊਗਾ, ਡਿਸਮਿਸ ਜ਼ਰੂਰ ਹੋਊਗੀ। ਇਹ ਤੁਹਾਡੇ ਚੈਨਲ ਦੇ ਰਾਹੀਂ ਮੈਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਵੀ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਕੈਪਟਨ ਅਮਰਿੰਦਰ ਸਿੰਘ ਜੀ, ਉਸ ਬੱਚੀ ਨੇ ਆਪਣੇ ਮਾਂ-ਬਾਪ ਗਵਾਲੇ ਨੇ। ਤੁਸੀਂ ਜਿਹੜਾ ਤੁੱਲੀ ਕਾਂਡ ਹੋਇਆ ਸੀਗਾ ਉਹਦੇ ਵਿੱਚ ਇੱਕ ਵੀਡੀਓ ਆਈ ਸੀ ਤੁਹਾਡੀ, ਤੁਸੀਂ ਬਕਾਇਦਾ ਜਾਰੀ ਕੀਤੀ ਸੀ ਮੇਰੇ ਬੋਲਣ ਤੋਂ ਬਾਅਦ ਕਿ ਇਸ ਕੇਸ ਨੂੰ ਮੈਂ ਵਿਜੀਲੈਂਸ ਤੋਂ ਲੋਕਲ ਪੁਲਿਸ ਨੂੰ ਇਸ ਕਰਕੇ ਦੇ ਰਿਹਾ ਕਿ ਇਹ ਮੇਰੀ ਦੇਖ ਰੇਖ 'ਚ ਚੱਲੂਗਾ ਸਾਰਾ ਕੁਝ। ਇਹਦੇ ਵਿੱਚ ਕੋਈ ਤਰੁੱਟੀਆਂ ਨੇ ਪਰ ਉਹਨਾਂ ਨੂੰ ਮੈਂ ਪੂਰੀਆਂ ਕਰਾਊਂਗਾ। ਉਹਦੇ ਵਿੱਚ ਇੱਕ ਵੀ ਬੰਦੇ ਦੀ ਅਰੈਸਟ ਨਹੀਂ ਪਈ। ਉਹਨਾਂ ਨੂੰ ਕੇਸ ਕਮਜ਼ੋਰ ਕਰਕੇ ਕੋਈ ਅਰੈਸਟ ਸਟੇ ਮਤਲਬ ਕੋਰਟ ਨੂੰ ਗਮਰਾਹ ਕਰਕੇ ਇਸ ਤਰੀਕੇ ਉਹਨਾਂ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸੇ ਤਰੀਕੇ ਇਸ ਕੇਸ ਦੇ ਵਿੱਚ ਵੀ ਨਾ ਹੋਵੇ ਕਿ ਇਹ ਬੱਚੀ ਨੇ ਤੁਹਾਡੇ ਕੋਲ ਇਨਸਾਫ ਦੀ ਭੀਖ ਮੰਗੀ ਸੀ, ਤੁਸੀਂ ਉਹਦੇ ਨਾਲ ਗੱਲ ਕੀਤੀ ਹੈ ਸਾਰਾ ਕੁਝ। ਇਹਦੇ ਉੱਤੇ ਜਿਹੜੀ ਫੇਅਰ ਇਨਕੁਆਇਰੀ ਹੋਣੀ ਚਾਹੀਦੀ ਹੈ, ਜਿਹੜੇ ਦੋਸ਼ੀ ਉਹ ਫੜ ਕੇ ਅੰਦਰ ਦੇਣੇ ਚਾਹੀਦੇ ਨੇ। ਤੁਹਾਡੇ ਵੀਡੀਓ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਬੱਚੀ ਨਾਲ ਗੱਲਬਾਤ ਕਰਦੇ ਨੇ, ਤੁਹਾਡਾ ਨਾਮ ਹੀ ਲਿੱਤਾ ਜਾਂਦਾ ਕਿ ਤੁਹਾਡੀ ਵੀਡੀਓ ਵੇਖਣ ਤੋਂ ਬਾਅਦ ਹੀ ਉਹ ਬੱਚੀ ਨਾਲ ਗੱਲ ਕੀਤੀ ਗਈ ਹੈ। ਕਿਆ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਿਰਫ ਗੱਲ ਕਰਕੇ ਹੀ ਆਪਣਾ ਜਿਹੜਾ ਵਾ ਪੱਲਾ ਸਾਫ਼ ਕਰ ਦਿੰਦੇ, ਉਸ ਤੋਂ ਬਾਅਦ ਕੋਈ ਕੰਮ ਨਹੀਂ ਕਰ ਪਾਉਂਦੇ ਜੀ? ਜਿੱਥੇ ਜੇ ਕੈਪਟਨ ਅਮਰਿੰਦਰ ਸਿੰਘ ਇਹਦੇ ਨਾਲ ਗੱਲ ਨਾ ਵੀ ਕਰਦੇ ਤੇ ਲੜਾਈ ਹੈ ਤਾਂ ਵੀ ਲੜੀ ਜਾਂਦੀ, ਇੰਨਾ ਹੀ ਸ਼ੋਰ ਹੋਰ ਮਚਾਇਆ ਜਾਂਦਾ। ਪਰ ਜੇ ਉਹਨਾਂ ਗੱਲ ਕੀਤੀ ਹੈ ਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ, ਕਿਉਂਕਿ ਇਸ ਬੱਚੀ ਦੀ ਡਿਮਾਂਡ ਸੀਗੀ ਕਿ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਮੇਰੇ ਨਾਲ ਗੱਲ ਕਰਨ। ਔਰ ਉਹਨਾਂ ਨੂੰ ਮੈਂ ਮੈਸੇਜ ਦਿੱਤਾ, ਮੈਂ ਫੋਨ ਤੇ ਪਰਸਨਲੀ ਮੈਸੇਜ ਕੀਤਾ, ਮੈਂ ਗੱਲ ਕੀਤੀ। ਇਹਦੇ ਨਾਲ ਕਾਲ ਕਰਨ ਤੋਂ ਬਾਅਦ ਉਹਨਾਂ ਦੀ ਮੇਰੀ ਵੀ ਗੱਲ ਹੋਈ। ਉਹਨਾਂ ਨੇ ਇਹਨਾਂ ਦੀਆਂ ਡਿਊਟੀਆਂ ਲਾਈਆਂ ਕਮਿਸ਼ਨਰ ਸਾਹਿਬ ਦੀ ਤੇ ਆਈਜੀ ਦੀ। ਪਰ ਮੈਂ ਚਾਹੁੰਦਾ ਕਿ ਇਹਦੇ ਉੱਤੇ ਉਹ ਲੰਬੀ ਨਿਗਾਹ ਆਪਣੀ ਰੱਖਣ ਔਰ ਦੇਖ ਰੇਖ ਰੱਖਣ। ਜਿੰਨੀ ਦੇਰ ਤੱਕ ਉਹ ਫੜੀ ਨਹੀਂ ਜਾਂਦੀ, ਜਿੰਨੀ ਦੇਰ ਤੱਕ ਉਹਨੂੰ ਸਜ਼ਾਵਾਂ ਨਹੀਂ ਹੁੰਦੀਆਂ, ਜਿਹੜੇ ਦੋਸ਼ੀ ਇਹ 'ਚ ਫੜੇ ਨਹੀਂ ਜਾਂਦੇ, ਉਹਨਾਂ ਨੂੰ ਜੇ ਉਹਨਾਂ ਚੰਗਾ ਕੰਮ ਕੀਤਾ ਤੇ ਮੈਂ ਹੁਣ ਇਹਦੇ ਤੇ ਵੀ ਮਾੜਾ ਬੋਲੀ ਜਾਵਾਂ ਤੇ ਉਹ ਕੋਈ ਗੱਲ ਨਹੀਂ ਬਣਦੀ। ਜੇ ਉਹਨਾਂ ਇਹ ਕੀਤਾ ਤੇ ਮੈਂ ਉਹਨਾਂ ਨੂੰ ਕਹੂੰਗਾ ਕਿ ਇਹਦੀ ਦੇਖ ਰੇਖ ਆਪਣੀ ਜਿਹੜੀ ਮੋਨੀਟਰਿੰਗ ਦੇ ਵਿੱਚ ਕਰਾਉਣ ਔਰ ਛੇਤੀ ਤੋਂ ਛੇਤੀ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ। ਬੱਚੀ ਦੇ ਮਨ 'ਚ ਕਾਫੀ ਸ਼ੰਕਾ ਸੀਗੇ, ਕੱਲ੍ਹ ਵੀ ਅਸੀਂ ਜਦੋਂ ਲੱਗੇ ਸੀਗੇ ਤੇ ਉਹ ਕਹਿੰਦੀ ਸੀ ਕਿ ਮੈਂ ਆਈਜੀ ਸਾਹਿਬ ਨਾਲ ਇਕੱਲੇ ਗੱਲ ਕਰਨਾ ਚਾਹੁੰਦੀ। ਕੋਈ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਕਿ ਕਿਉਂ ਉਹ ਇਕੱਲੇ ਗੱਲ ਕਰਨਾ ਚਾਹੁੰਦੀ? ਬਿਲਕੁਲ ਜੀ, ਮੈਂ ਤੁਹਾਨੂੰ ਦੱਸਦਾ, ਉਹ ਬੱਚੀ ਮੇਰੀਆਂ ਸਾਡੇ ਸਾਰਿਆਂ ਦੇ ਬੱਚਿਆਂ ਵਰਗੀ ਆ, ਮੇਰੀ ਆਪਣੀ ਬੱਚੀ ਵਰਗੀ ਆ। ਮੇਰੀ ਬੱਚੀ ਨੂੰ ਵੀ ਹੋਊਗਾ ਕਿਸੇ ਵੇਲੇ ਘਰ ਵੀ ਪਿਓ ਮੈਨੂੰ ਆਹ ਲਾਰਾ ਲਾ ਗਿਆ ਤੇ ਸ਼ਾਮ ਨੂੰ ਲੈ ਕੇ ਨਹੀਂ ਆਇਆ। ਉਹਦੇ ਮਨ 'ਚ ਬੜੇ ਸ਼ੰਕਾਏ ਨੇ ਕਿ ਇਹ ਲੋਕ ਅੱਜ ਤੁਸੀਂ ਵੀ ਮੀਡੀਆ ਮੈਂ ਖਬਰਾਂ ਬਣ ਰਹੀਆਂ, ਬੜਾ ਸਾਡੇ ਪਰਿਵਾਰ ਲਈ ਰੌਲਾ ਪੈ ਰਿਹਾ, ਮੇਰੇ ਮਾਂ-ਬਾਪ ਨੂੰ ਇਨਸਾਫ ਦਿਵਾਉਣ ਲਈ ਮੰਨਾ ਵੀ ਬੋਲ ਰਿਹਾ। ਕੱਲ੍ਹ ਨੂੰ ਪਤਾ ਨਹੀਂ ਇਹਨਾਂ ਨੂੰ ਹੋਰ ਕੇਸ ਮਿਲਣਗੇ, ਮੇਰੇ ਨਾਲ ਖਲੋਣਗੇ ਕਿ ਨਹੀਂ ਖਲੋਣਗੇ। ਪਰ ਮੈਂ ਇੱਕ ਗੱਲ ਸ਼ੋਰ ਕਰਦਾ ਕਿ ਮੈਂ ਅੱਜ ਤੋਂ 5-7-10 ਸਾਲ ਤੋਂ ਜੋ ਵੀ ਮੇਰਾ ਸਿਆਸੀ ਜੀਵਨ ਹੈ, ਕੋਈ ਇੱਕ ਕੇਸ ਜਿਹੜਾ ਮੈਂ ਚੁੱਕਿਆ ਹੋਵੇ, ਰੋਜ਼ ਮੈਂ ਇੱਕ ਕੇਸ ਦੇ ਉੱਤੇ ਨਹੀਂ ਬੋਲ ਸਕਦਾ ਕਿਉਂਕਿ ਨਿੱਤ ਨਵੇਂ ਮੁੱਦੇ ਨੇ। ਪਰ ਜਿਹੜਾ ਵੀ ਮੈਂ ਕੇਸ ਚੁੱਕਿਆ ਹੋਵੇ ਉਹਦੇ ਉੱਤੇ ਮੇਰਾ ਲਹਿਜਾ ਹਮੇਸ਼ਾ ਇਹੀ ਰਹਿੰਦਾ, ਇਸੀ ਤਰਜ਼ ਤੇ ਇਸੇ ਬੋਲੀ ਨਾਲ ਮੈਂ ਬੋਲਦਾ। ਜੇ ਉਹਦੇ ਉੱਤੇ ਮੈਂ ਘੁੱਟਣਾ ਸ਼ੁਰੂ ਹੋ ਜਾਵਾਂ, ਕੋਈ ਵੀ ਕੇਸ ਇੱਕ ਕੱਢ ਲਓ, ਕੋਈ ਹਸਪਤਾਲਾਂ ਤੋਂ ਲੈ ਕੇ ਕੋਈ ਬਿਲਡਿੰਗਾਂ ਤੋਂ ਕੱਢ ਲਓ, ਜੇ ਉਹਦੇ ਤੇ ਮੈਂ ਘੁੱਟਿਆ ਜਾਵਾਂ ਤੇ ਫਿਰ ਉਹਦਾ ਮਤਲਬ ਹੈ ਕਿ ਮੈਂ ਪ੍ਰੈਸ਼ਰ ਹੇਠ ਆ ਗਿਆ ਜਾਂ ਮੈਂ ਵਿਕ ਗਿਆ। ਇਹੋ ਜੀ ਜਿਹੜੀ ਕੋਈ ਕਮੀ ਨਜ਼ਰ ਨਹੀਂ ਆਊਗੀ। ਜਿੱਥੇ ਕਿਤੇ ਵੀ ਉਹਨੂੰ ਲੋੜ ਹੈ, ਮੇਰਾ ਨੰਬਰ ਉਹਦੇ ਕੋਲ ਹੈ, ਜਿੱਥੇ ਕਿਤੇ ਵੀ ਲੋੜ ਹੈ ਮੈਂ ਟਾਈਮ ਕੱਢ ਕੋਲ ਜ਼ਰੂਰ ਪਹੁੰਚੂਗਾ। ਜਿੱਥੇ ਕਿਤੇ ਉਹਦਾ ਸਾਥ ਦੇਣ ਦੀ ਲੋੜ ਹੈ ਮੈਂ ਜ਼ਰੂਰ ਦਿੰਦਾ ਰਹੂੰਗਾ। ਬੜੀ ਹੈਲਦੀ ਡਿਬੇਟ ਹੋਈ ਹੈ ਤੁਹਾਡੀ ਅੱਜ। ਕੁਝ ਆਸ਼ਵਾਸਨ ਲੱਗਦਾ ਕਿ ਹੋ ਸਕਦਾ ਕੋਈ ਕਾਰਵਾਈ ਹੋ ਜਾਏਗੀ ਇੱਕ ਲੜਕੀ ਦੇ ਉੱਤੇ ਜਿਹੜੀ ਸਬ ਇੰਸਪੈਕਟਰ ਹੈਗੀ ਹੈ? ਬਿਲਕੁਲ ਜੀ, ਮੈਂ ਤੁਹਾਨੂੰ ਦੱਸਾਂ ਕਿ ਮੈਂ ਜੋ ਸਾਡੇ ਨਾਲ ਉਹਨਾਂ ਗੱਲਾਂ ਕੀਤੀਆਂ ਨੇ, ਜਿਸ ਤਰੀਕੇ ਉਹਨਾਂ ਨੇ ਮਤਲਬ ਕਮਿਸ਼ਨਰ ਸਾਹਿਬ, ਮੈਂ ਹੁਣ ਉਹ ਵਰਡ ਯੂਜ਼ ਨਹੀਂ ਬਾਹਰ ਕਰ ਸਕਦਾ ਆ ਕੇ, ਕਿ ਜੋ ਉਹਨਾਂ ਵਰਤੇ ਨੇ ਇਸ ਕੇਸ ਨੂੰ ਲੈ ਕੇ, ਕਿ ਉਹਨਾਂ ਸਹੁੰ ਤੱਕ ਖਾ ਕੇ ਮਤਲਬ ਇਹ ਗੱਲ ਕਹੀ ਹੈ ਕਿ ਇਹਦੇ ਉੱਤੇ ਇਨਸਾਫ ਹੋਊਗਾ। ਜਦੋਂ ਬੰਦਾ ਕੋਈ ਕਸਮ ਖਾਂਦਾ ਜਾਂ ਜਦੋਂ ਕਹਿੰਦਾ ਤੇ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਸ਼ੰਕਾ ਕੀਤੀ ਜਾਵੇ ਤੇ ਮੈਂ ਇਹਨੂੰ ਠੀਕ ਨਹੀਂ ਸਮਝਦਾ।
ਸੋ ਇਸ ਹੈ ਮਨਦੀਪ ਸਿੰਘ ਮੰਨਾ ਤੇ ਉਹਨਾਂ ਦਾ ਜਿਹੜਾ ਪੀੜਤ ਪਰਿਵਾਰ ਹੈ ਉਹ ਵੀ ਅੱਜ ਕਮਿਸ਼ਨਰ ਦਫ਼ਤਰ ਦੇ ਬਾਹਰ ਪਹੁੰਚਿਆ ਹੋਇਆ ਔਰ ਸੀਪੀ ਅੰਮ੍ਰਿਤਸਰ ਨੂੰ ਮਿਲਿਆ ਗਿਆ ਆ ਔਰ ਕਿਹਾ ਇਹ ਗਿਆ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ। ਲੇਕਿਨ ਅਗਰ ਗੱਲ ਕੀਤੀ ਜਾਵੇ ਬੱਚੀ ਦੀ, ਤੇ ਬੱਚੀ ਵੱਲੋਂ ਵੀ ਗੱਲ ਤੋਂ ਹੀ ਗੱਲ ਕੀਤੀ ਜਾ ਰਹੀ ਸੀ ਕਿ ਉਹਨੂੰ ਕੁਝ ਸ਼ੰਕਾਵਾਂ ਸੀਗੀਆਂ ਜਿਹੜੀਆਂ ਦੂਰ ਕੀਤੀਆਂ ਜਾਣੀਆਂ ਸੀਗੀਆਂ, ਲੇਕਿਨ ਕਿਤੇ ਨਾ ਕਿਤੇ ਜ਼ਰੂਰ ਇੱਕ ਵਾਰ ਫਿਰ ਤੋਂ ਜਿਹੜਾ ਆ ਪੰਜਾਬ ਦੇ ਵਿੱਚ ਜਿਹੜੀ ਆ ਕਾਫੀ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਵੇਖਣ ਨੂੰ ਮਿਲ ਰਹੀਆਂ ਨੇ। ਬੱਚੀ ਆ ਗੱਲਬਾਤ ਥੋੜੀ ਕਰਨ ਦੀ ਕੋਸ਼ਿਸ਼ ਕਰਦੇ। ਬੇਟਾ, ਕੀ ਸ਼ੰਕਾ ਆ ਤੁਹਾਨੂੰ? ਕੀ ਲੱਗਦਾ ਹੈ ਕਿ ਜਿਹੜੇ ਤੁਹਾਡੇ ਫਾਦਰ ਨੇ ਤੇ ਮਦਰ ਨੇ ਸੁਸਾਈਡ ਕੀਤੀ, ਕੀ ਤੁਹਾਨੂੰ ਸ਼ੰਕਾ ਕੀ ਲੱਗਦੀ ਹੈ ਔਰ ਜਿਹੜੀ ਮੇਨ ਅਕਿਊਜ਼ਡ ਨੂੰ ਕਦੋਂ ਤੱਕ ਫੜਿਆ ਜਾਣਾ ਚਾਹੀਦਾ? ਦੇਖੋ, ਜੋ ਹੋਣਾ ਸੀ ਉਹ ਤੇ ਹੋ ਗਿਆ। ਹੁਣ ਕੀ ਆ, ਹੁਣ ਆਪਾਂ ਨੂੰ ਉਸ ਚੀਜ਼ ਦਾ ਜਿਹਦੇ ਕਰਕੇ ਹੋਇਆ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ। ਤੇ ਸਾਰੇ ਹੀ ਚਾਹੁੰਦੇ ਆ, ਉਹ ਮੰਨਾ ਸਾਹਿਬ ਸਾਰੇ ਹੈਲਪ ਕਰਦੇ ਪਏ ਆ। ਪਰ IG ਸਰ ਨਾਲ ਗੱਲ ਹੋਈ, CM ਸਾਹਿਬ ਨਾਲ ਗੱਲ ਹੋਈ, ਸਭ ਕਹਿੰਦੇ ਪਏ ਆ ਕਿ ਤੁਹਾਡੀ ਹੈਲਪ ਕਰਾਂਗੇ ਤੇ ਉਮੀਦ ਹੈ ਕਿ ਸਾਡੀ ਹੈਲਪ ਕਰੂਗੇ। ਲੱਗਦਾ ਹੈ ਕਿ ਤੁਸੀਂ ਕਹਿੰਦੇ ਸੀਗੇ ਕਿ ਮੁੱਖ ਮੰਤਰੀ ਸਾਹਿਬ ਇੱਕ ਵਾਰੀ ਤੁਹਾਡੇ ਨਾਲ ਗੱਲ ਕਰਨ, ਲੱਗਦਾ ਹੈ ਕਿ ਹੁਣ ਸਜ਼ਾ ਮਿਲ ਸਕਦੀ ਹੈ ਜੇਕਰ ਮੁੱਖ ਮੰਤਰੀ ਸਾਹਿਬ ਨੇ ਗੱਲ ਕੀਤੀ ਤੁਹਾਡੇ ਨਾਲ? ਹਾਂਜੀ, ਲੱਗਦਾ ਤਾਂ ਹੈਗਾ ਆ, ਕਿਉਂਕਿ CM ਸਾਹਿਬ ਨਾਲ ਗੱਲ ਕਰਨੀ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ। ਉਹਨਾਂ ਨੇ ਗੱਲ ਕੀਤੀ ਆ, ਇਹਦਾ ਮਤਲਬ ਹੈ ਕਿ ਉਹਨਾਂ ਦੇ ਨੋਟਿਸ ਦੇ ਵਿੱਚ ਕੇਸ ਹੈਗਾ ਆ ਤੇ ਉਹ ਫਿਰ ਕੁਝ ਹੱਥ ਪੱਲਾ ਮਾਰਨਗੇ ਉਹ ਵੀ ਕਿ ਇਹ ਕੁਝ ਹੋਵੇ, ਤੇ ਹੋਪ ਹੈਗੀ ਹੈ ਕਿ ਉਹ ਕੁਝ ਕਰਨਗੇ। ਤੁਸੀਂ ਸਮਝਦੇ ਡਿਸਮਿਸ ਕਰਨਾ ਚਾਹੀਦਾ, ਸਸਪੈਂਡ ਨਹੀਂ ਕਰਨਾ ਚਾਹੀਦਾ, ਡਿਸਮਿਸ ਕਰਨਾ ਚਾਹੀਦਾ ਹੀ ਉਹ ਜਿਹੜੀ ਪੁਲਿਸ ਆਫੀਸਰ ਸੀਗੀ ਉਹਨੂੰ? ਹਾਂਜੀ, ਉਹਨੂੰ ਡਿਸਮਿਸ ਕਰਨਾ ਚਾਹੀਦਾ ਸੀਗਾ, ਪਰ ਚਲੋ ਅੱਜ ਨਹੀਂ ਤੇ ਕੱਲ੍ਹ ਸਹੀ ਉਹ ਡਿਸਮਿਸ ਹੋਣੀ ਚਾਹੀਦੀ ਹੈ ਤੇ ਹੋਏਗੀ। ਤੇ ਲਾਸਟ ਕੁਐਸਚਨ ਹੈ ਮੇਰਾ, ਪੁਲਿਸ ਕਮਿਸ਼ਨਰ ਨੂੰ ਮਿਲੇ, ਉਹਨਾਂ ਨੇ ਤੁਹਾਨੂੰ ਕੀ ਆਸ਼ਵਾਸਨ ਦਿੱਤਾ ਅੱਜ ਤੁਹਾਡੇ ਨਾਲ ਜਦੋਂ ਗੱਲਬਾਤ ਹੋਈ ਸੀ? ਉਹਨਾਂ ਨੇ ਵੀ ਇਹੀ ਕਿਹਾ ਕਿ ਤੁਹਾਨੂੰ ਇਨਸਾਫ ਦਿਵਾਵਾਂਗੇ, ਹੈਲਪ ਦਿੱਤੀ ਜਾਏਗੀ ਤੁਹਾਨੂੰ ਪੂਰੀ, ਤੇ ਉਮੀਦ ਹੈ ਕਿ ਸਾਡੀ ਹੈਲਪ ਕਰੂਗੇ। ਸੋ ਬੱਚੀ ਨੂੰ ਇੱਕ ਵਾਰ ਫਿਰ ਤੋਂ ਜਿਹੜੀ ਆ ਉਮੀਦ ਜ਼ਰੂਰ ਹੈ ਕਿਉਂਕਿ ਉਹਨਾਂ ਦੀ ਜਿਹੜੀ ਆ ਪੁਲਿਸ ਜ਼ਰੂਰ ਕਾਰਵਾਈ ਜਿਹੜੀ ਹੈ ਉਹ ਕਰੇਗੀ ਜ਼ਰੂਰ। ਲੇਕਿਨ ਮਨਦੀਪ ਸਿੰਘ ਮੰਨਾ ਵੱਲੋਂ ਲਗਾਤਾਰ ਹੀ ਇਸ ਕੇਸ ਉੱਤੇ ਜਿਹੜੀ ਆ ਪੈਰਵਾਈ ਜਿਹੜੀ ਆ ਕੀਤੀ ਜਾ ਰਹੀ ਹੈ ਤਾਂ ਜੋ ਕਿ ਜਿਹੜੀ ਪੀੜਤ ਪਰਿਵਾਰ ਆ ਉਹਨਾਂ ਨੂੰ ਇਨਸਾਫ ਦਿਵਾਇਆ ਜਾ ਸਕੇ। ਕੈਮਰਾਮੈਨ ਸਨੀ ਦੇ ਨਾਲ ਗੁਰਪ੍ਰੀਤ ਸਿੰਘ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।